हाँ जी, सारिਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਾਂਗੇ ਕਿ ਅਸੀਂ ਕਿਸੇ ਵੀ ਵੈਂਡਰ ਦੀ ਜਿਹੜੀ ਡਿਟੇਲ ਹੈ ਉਸ ਨੂੰ ਆਡਿਟ ਕਿਵੇਂ ਕਰ ਸਕਦੇ ਹਾਂ ਅਤੇ ਸੇਮ ਪੀਪੀਏ ਦੇ ਵਿੱਚ ਅਸੀਂ ਮਲਟੀ ਕੰਪੋਨੈਂਟ ਕਿਵੇਂ ਐਡ ਕਰ ਸਕਦੇ ਹਾਂ। ਤਾਂ ਪਹਿਲਾਂ ਅਸੀਂ ਜਾਣਾਂਗੇ ਕਿ ਤੁਸੀਂ ਜੋ ਵੈਂਡਰ ਐਡ ਕੀਤਾ ਹੈ ਉਸ ਨੂੰ ਕਿਵੇਂ ਆਡਿਟ ਕਰ ਸਕਦੇ ਹੋ ਜੇ ਕੁਝ ਵੀ ਤੁਹਾਡੇ ਤੋਂ ਕੋਈ ਗਲਤ ਭਰਿਆ ਜਾਂਦਾ ਹੈ ਵੈਂਡਰ ਐਡ ਕਰਨ ਸਮੇਂ। ਤਾਂ ਸਭ ਤੋਂ ਪਹਿਲਾਂ ਅਸੀਂ जो ऑपरेटर है उसकी आईडी खोलांगे, उसका आईडी तो पासवर्ड भरांगे। वैंडर ऐड करन समय कई बार साथों फर्म का नाम दे विच मिसटेक हो जाती है जां खाता गलत हो जाता है जां बाद दे विच भी कोई खाता अगले ने नवा अकाउंट खोलिया हुंदा किसी होर ब्रांच तो वह भी असीं किवें ऐड कर सकते हैं। तो इस तरह ऑपरेटर की आईडी खोल के जित्थों असीं वैंडर ऐड करते हैं उसी मास्टर दे विच जाके वैंडर च जाके ਹੁਣ ਅਸੀਂ ਐਡ ਨਿਊ ਦੀ ਥਾਂ 'ਤੇ ਮੈਨੇਜ ਦੇ ਵਿੱਚ ਜਾਵਾਂਗੇ। ਤਾਂ ਜੋ ਮੈਨੇਜ ਦੇ ਵਿੱਚ ਜਾਓਗੇ ਤਾਂ ਉੱਪਰ ਲਿਖਿਆ ਹੋਇਆ ਹੈ ਵੈਂਡਰ ਰਜਿਸਟਰਡ ਬਾਏ ਮੀ। ਤੁਸੀਂ ਕੋਈ ਮਰਜ਼ੀ ਵੈਂਡਰ ਦੀ ਜਿਹੜੀ ਹੈਗੀ ਹੈ ਡਿਟੇਲ ਦੇ ਵਿੱਚ ਆਡਿਟ ਕਰ ਸਕਦੇ ਹੋ। ਇਹ ਉਹ ਵੈਂਡਰ ਖੁੱਲ੍ਹ ਗਏ ਜਿਹੜੇ ਆਪਾਂ ਨੇ ਰਜਿਸਟਰ ਕੀਤੇ ਸੀ। ਤਾਂ ਜਿਸ ਦੀ ਵੀ ਤੁਸੀਂ ਵੈਂਡਰ ਦੀ ਡਿਟੇਲ ਦੇ ਵਿੱਚ ਆਡਿਟ ਕਰਨਾ ਉਸ ਦੇ ਨਾਮ 'ਤੇ ਕਲਿੱਕ ਕਰੋ ਤਾਂ ਉਸ ਦੀ ਡਿਟੇਲ ਖੁੱਲ੍ਹ ਜਾਏਗੀ। ਉਹ ਚੈੱਕ ਕਰਾਂਗੇ, ਥੱਲੇ ਅਕਾਊਂਟ ਨੰਬਰ ਹੈ, IFSC ਕੋਡ ਹੈ। ਜੇ ਤੁਸੀਂ ਇਹ ਅਕਾਊਂਟ ਡੀਐਕਟੀਵੇਟ ਕਰਨਾ ਚਾਹੁੰਦੇ ਹੋ ਤਾਂ ਅੱਗੇ ਸਾਡੇ ਕੋਲ ਆਪਸ਼ਨ ਆਊਗੀ। ਜੇ ਤੁਸੀਂ ਆਡਿਟ ਦੱਬੋਗੇ, ਆਡਿਟ ਦੱਬਣ ਤੋਂ ਬਾਅਦ ਸਾਡੇ ਕੋਲ ਜਿਹੜੀ ਇਹਦੀ ਡਿਟੇਲ ਹੈ ਪੂਰੀ ਤਰ੍ਹਾਂ ਓਪਨ ਹੋ ਜਾਏਗੀ। ਓਪਨ ਹੋਣ ਤੋਂ ਬਾਅਦ ਤੁਸੀਂ ਜੇ ਉਸ ਦਾ ਉਹੀ ਖਾਤਾ ਹੈ ਜਾਂ ਉਹਦਾ ਨਾਮ ਹੈ ਫਰਮ ਦਾ ਚੇਂਜ ਹੋ ਗਿਆ, ਕੋਈ फ़ोन नंबर ਚੇਂਜ ਹੋ ਗਿਆ, ਆਪਾਂ ਤੋਂ ਗਲਤ ਭਰਿਆ ਗਿਆ ਤਾਂ ਉਹ ਤੁਸੀਂ ਸਿੰਪਲ ਉੱਪਰੋਂ ਚੇਂਜ ਕਰ ਸਕਦੇ ਹੋ ਅਤੇ ਨੀਚੇ ਅਪਡੇਟ ਕਰ ਸਕਦੇ ਹੋ। ਜੇ ਉਸਨੇ ਇਹ ਖਾਤਾ ਬੈਂਕ ਦੇ ਵਿੱਚੋਂ ਬੰਦ ਕਰਤਾ ਆਪਣਾ ਫਰਮ ਦਾ ਕਿਤੇ ਹੋਰ ਖੋਲ੍ਹ ਲਿਆ ਤਾਂ ਤੁਸੀਂ ਇਹ ਖਾਤੇ ਨੂੰ ਡੀਐਕਟਿਵ ਕਰ ਸਕਦੇ ਹੋ ਅਤੇ ਉੱਪਰੋਂ ਜਿਹੜਾ ਹੈਗਾ ਬੈਂਕ ਨੇਮ ਸਿਲੈਕਟ ਕਰਕੇ ਨਵੀਂ ਬੈਂਕ ਦਾ ਉਸ ਤੋਂ ਬਾਅਦ ਨਵਾਂ ਜਿਹੜਾ ਅਕਾਊਂਟ ਹੈ ਉਹ ਇੱਥੇ ਐਡ ਕਰ ਸਕਦੇ ਹੋ। ਉਸ ਤੋਂ ਬਾਅਦ ਅਸੀਂ ਅਪਡੇਟ ਕਰਾਂਗੇ ਤਾਂ ਉਸੇ ਤਰ੍ਹਾਂ 2-4 ਘੰਟਿਆਂ ਦੇ ਵਿੱਚ ਜਿਹੜੀ ਬੈਂਕ ਵੱਲੋਂ ਸਾਡਾ ਜਿਹੜਾ ਨਵਾਂ ਅਕਾਊਂਟ ਅਪਡੇਟ ਕੀਤਾ ਹੋਇਆ ਉਹ ਵੈਰੀਫਾਈ ਕਰ ਦਿੱਤਾ ਜਾਵੇਗਾ। ਇਹ ਹੈਗਾ ਸੀ ਆਪਾਂ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਕਿਸੇ ਵੀ ਵੈਂਡਰ ਦੀ ਡਿਟੇਲ ਨੂੰ ਆਡਿਟ ਕਰ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਮਲਟੀ ਕੰਪੋਨੈਂਟ ਕਿਸ ਤਰ੍ਹਾਂ ਪਾ ਸਕਦੇ ਹਾਂ। ਜਿਸ ਤਰ੍ਹਾਂ ਐਕਸਪੈਂਡੀਚਰ ਦੇ ਵਿੱਚ ਅਸੀਂ ਐਡ ਨਿਊ ਕਰਦੇ ਹਾਂ ਕੋਈ PPA ਜਨਰੇਟ ਕਰਨ ਦੇ ਵਾਸਤੇ। ਤਾਂ ਜਦੋਂ ਅਸੀਂ ਕਈ ਵਾਰੀ ਕੋਈ ਇੱਕ ਮੰਨ ਲਓ ਸਟੇਸ਼ਨਰੀ ਦੀ ਦੁਕਾਨ ਹੈ ਉਹ ਤੋਂ SMC ਦਾ ਵੀ ਸਮਾਨ ਖਰੀਦ ਲਿਆ, LEP ਦਾ ਵੀ ਸਮਾਨ ਖਰੀਦ ਲਿਆ ਜਾਂ ਕੋਈ ਹੋਰ ਕੋਈ ਆਪਣਾ ਕੰਪੋਨੈਂਟ ਉਹਦਾ ਵੀ ਮਟੀਰੀਅਲ ਖਰੀਦ ਲਿਆ ਤਾਂ ਸਾਨੂੰ ਅਲੱਗ-ਅਲੱਗ PPA ਜਨਰੇਟ ਕਰਨ ਦੀ ਲੋੜ ਨਹੀਂ, ਅਲੱਗ-ਅਲੱਗ ਉਸ ਤੋਂ ਬਿੱਲ ਲੈਣ ਦੀ ਲੋੜ ਨਹੀਂ ਵੀ ਅਸੀਂ ਇਹ ਅਲੱਗ ਕੰਪੋਨੈਂਟ 'ਚ ਪਾਉਣਾ। ਤੁਸੀਂ ਬਿੱਲ ਇੱਕੋ ਹੀ ਲੈ ਕੇ ਉਹਨਾਂ ਨੂੰ ਅਲੱਗ-ਅਲੱਗ ਕੰਪੋਨੈਂਟ ਦੇ ਵਿੱਚ ਸ਼ੋਅ ਕਰ ਸਕਦੇ। ਤਾਂ ਉਹ ਕਿਵੇਂ ਕਰ ਸਕਦੇ ਹਾਂ? ਉਸੇ ਤਰੀਕੇ ਪਹਿਲਾਂ ਜਿਹਦੇ ਵਿੱਚ ਅਸੀਂ ਪੇਮੈਂਟ ਕਰਨੀ ਹੈ ਉਹ ਸਕੀਮ ਸਿਲੈਕਟ ਕੀਤੀ। ਉਸ ਤੋਂ ਬਾਅਦ ਅਸੀਂ ਵੈਂਡਰ ਸਿਲੈਕਟ ਕੀਤਾ। ਜਿਸ ਤਰ੍ਹਾਂ ਪਹਿਲਾਂ ਅਸੀਂ ਸਿੰਪਲ PPA ਜਨਰੇਟ ਕਰਦੇ ਹਾਂ। ਉਸ ਤੋਂ ਬਾਅਦ ਵੈਂਡਰ ਸਿਲੈਕਟ ਕਰਨ ਤੋਂ ਬਾਅਦ ਸਾਡੇ ਕੋਲ ਇਹ ਸਰਚ ਕਰਨ ਲੱਗ ਗਿਆ ਵੈਂਡਰ ਲਿਸਟ ਜੋ ਕਿ ਅਸੀਂ ਪਹਿਲਾਂ ਹੀ ਐਡ ਕੀਤੇ ਹੋਏ ਨੇ, ਬੈਂਕ ਵੱਲੋਂ ਵੈਰੀਫਾਈ ਹੋਏ ਨੇ ਵੈਂਡਰ। ਤਾਂ ਉਸ ਤੋਂ ਬਾਅਦ ਸਰਚ ਕਰਨ ਤੋਂ ਬਾਅਦ ਅਸੀਂ ਸਿਲੈਕਟ ਕਰਨਾ ਵੀ ਕਿਸ ਨੂੰ ਇਹ ਪੇਮੈਂਟ ਕਰਨੀ ਹੈ। ਉਹ ਵੈਂਡਰ ਸਿਲੈਕਟ ਕੀਤਾ। ਉਸ ਤੋਂ ਬਾਅਦ ਜੋ ਅਸੀਂ ਡਿਸਪੈਚ ਨੰਬਰ ਲਾਉਣਾ ਆਪਣਾ, ਡੇਟ ਹੈ ਜਿਹੜੀ ਉਹ ਸਿਲੈਕਟ ਕੀਤੀ। ਮੰਨ ਲਓ ਹੁਣ ਆਪਾਂ ਨੇ ਇਹ ਹੈਗੀ ਆਪਣੇ ਕੋਲ ਅਵੇਲੇਬਲ ਅਮਾਊਂਟ, ਮੰਨ ਲਓ ਉਸਨੇ ਆਪਾਂ ਨੂੰ 551 ਰੁਪਏ ਦਾ ਜਿਹੜਾ ਹੈਗਾ ਬਿੱਲ ਦਿੱਤਾ ਹੈ ਪਰ ਉਹਦੇ ਅੱਗੇ ਜਿਹੜੇ ਕੰਪੋਨੈਂਟ ਨੇ ਉਹ ਤਿੰਨ ਦੇ ਵਿੱਚ ਅਸੀਂ ਸਿਲੈਕਟ ਕਰਨਾ। ਤਾਂ ਤੁਸੀਂ ਇਹਦੇ ਵਿੱਚੋਂ ਮੰਨ ਲਓ ਕਿਸੇ ਨੇ 252 ਰੁਪਏ ਜਾਂ 53 ਰੁਪਏ ਉਹਨੇ ਮੰਨ ਲਓ SMC ਟ੍ਰੇਨਿੰਗ ਵਾਸਤੇ ਤੁਸੀਂ ਸਟੇਸ਼ਨਰੀ ਖਰੀਦੀ ਹੈ ਉਹ ਕੰਪੋਨੈਂਟ 'ਚ ਪਾਉਣੀ ਹੈ। ਤਾਂ ਅੱਗੇ ਅਸੀਂ SMC ਟ੍ਰੇਨਿੰਗ ਵਾਲਾ ਕੰਪੋਨੈਂਟ ਸਿਲੈਕਟ ਕੀਤਾ ਅਤੇ ਜਿਹੜੀ ਨਰੇਸ਼ਨ ਹੈ ਉਹਦੇ ਵਿੱਚ ਲਿਖ ਦਿਓ ਵੀ ਇਹ ਜਿਹੜੀ ਅਮਾਊਂਟ ਹੈ ਕਾਹਦੇ ਪਰਪਸ ਲਈ ਵਰਤੀ ਗਈ ਹੈ। ਰੈਵਨਿਊ ਵਰਤਿਆ ਸਿਲੈਕਟ ਕੀਤਾ ਮਤਲਬ ਕਿ। ਉਸ ਤੋਂ ਬਾਅਦ ਅਸੀਂ ਪਰਸੈਂਟੇਜ ਲਿਖ ਦਿੰਦੇ ਸੀ ਪਹਿਲਾਂ। ਤਾਂ ਹੁਣ ਪਹਿਲਾਂ ਤੁਸੀਂ ਪਰਸੈਂਟੇਜ ਲਿਖਣ ਦੀ ਥਾਂ 'ਤੇ ਜੇ ਤੁਹਾਨੂੰ ਪਰਸੈਂਟੇਜ ਕੱਢਣ ਦੇ ਵਿੱਚ ਸਮੱਸਿਆ ਆਉਂਦੀ ਹੈ, ਪੁਆਇੰਟਾਂ 'ਚ ਆਉਂਦੀ ਹੈ ਪਰਸੈਂਟੇਜ, ਤੁਸੀਂ ਡਾਇਰੈਕਟ ਜਿਹੜੀ ਹੈਗੀ ਉੱਥੇ ਅਮਾਊਂਟ ਲਿਖ ਸਕਦੇ ਹੋ ਜਿਵੇਂ 253 ਰੁਪਏ। ਤਾਂ ਬਾਹਰ ਉਹਦੇ ਕਲਿੱਕ ਕਰੋ, ਐਡ 'ਤੇ ਕਲਿੱਕ ਕਰਨ ਤੋਂ ਪਹਿਲਾਂ ਤਾਂ ਆਟੋਮੈਟਿਕ ਉਹਦੇ ਉੱਤੇ ਪਰਸੈਂਟੇਜ ਆ ਜਾਏਗੀ।
ਵੀ ਕਿੰਨੇ % ਹੋ ਗਏ ਇਹ 253 ਰੁਪਏ ਸਾਡੇ, ਕਿਉਂਕਿ 551 ਰੁਪਏ ਦੀ ਆਪਾਂ ਪੇਮੈਂਟ ਕਰਨੀ ਸੀ ਉਹਨੂੰ। ਇੱਕ ਕੰਪੋਨੈਂਟ ਦੇ ਵਿੱਚ 253 ਰੁਪਏ ਹੈ, ਤਾਂ ਅਸੀਂ 253 ਰੁਪਏ ਅਮਾਊਂਟ ਭਰ ਕੇ ਬਾਹਰ ਕਲਿੱਕ ਕੀਤਾ ਤਾਂ ਆਟੋਮੈਟਿਕ ਉਹਨੇ ਪਰਸੈਂਟੇਜ ਕੱਢਤੀ। ਉਸ ਤੋਂ ਬਾਅਦ ਅਸੀਂ ਉਹਨੂੰ ਐਡ ਕਰ ਲਿਆ ਤਾਂ ਸਾਡੇ ਕੋਲ ਨੀਚੇ ਡਿਟੇਲ ਆ ਜੂ। ਟੋਟਲ ਅਮਾਊਂਟ 551, ਕੰਪੋਨੈਂਟ ਦੇ ਥਰੂ ਅਸੀਂ ਖਰਚ ਕਰ ਚੁੱਕੇ ਹਾਂ ਹੁਣ ਤੱਕ ਦੀ 253, ਅਤੇ ਬਾਕੀ ਜਿਹੜੀ ਸਾਡੇ ਕੋਲ 298 ਰੁਪਏ ਹੈ ਉਹ ਬਾਕੀ ਹੈ। ਉਸ ਤੋਂ ਬਾਅਦ ਅਸੀਂ ਆਈ ਜਿਹੜਾ ਹੈਗਾ ਦੂਸਰੇ ਕੰਪੋਨੈਂਟ ਦੇ ਵਿੱਚ ਸਿਲੈਕਟ ਕਰਾਂਗੇ। ਤਾਂ ਤੁਸੀਂ ਇੱਕ ਤਾਂ ਨਰੇਸ਼ਨ ਚੇਂਜ ਕਰ ਲਓ, ਜਿਵੇਂ ਕਿ ਅਸੀਂ ਲਿਖਤੀ LEP ਮਟੀਰੀਅਲ ਦੇ ਲਈ ਲਿਆਂਦਾ ਕੁਝ ਸਮਾਨ, ਕਿਉਂਕਿ ਹੁਣ ਅਸੀਂ ਨੀਚੇ ਜਿਹੜਾ ਕੰਪੋਨੈਂਟ ਹੈ ਉਹ LEP ਸਿਲੈਕਟ ਕਰਾਂਗੇ। ਜੇ ਇੱਕ ਹੀ ਦੁਕਾਨ ਦੇ ਉੱਤੋਂ ਤੁਸੀਂ 2-3 ਚੀਜ਼ਾਂ ਖਰੀਦੀਆਂ ਨੇ ਅਲੱਗ-ਅਲੱਗ ਕੰਪੋਨੈਂਟ ਦੀਆਂ, ਤਾਂ ਉੱਥੇ ਜਿਹੜਾ ਹੈਗਾ ਅੱਗੇ ਅਸੀਂ ਕੰਪੋਨੈਂਟ ਸਿਲੈਕਟ ਕਰ ਲਾਂਗੇ, ਕਿਉਂਕਿ ਨਰੇਸ਼ਨ ਦੇ ਵਿੱਚ ਅਸੀਂ ਲਿਖਿਆ ਵੀ LEP ਮਟੀਰੀਅਲ ਵਾਸਤੇ ਖਰਚ ਕੀਤੀ ਅਸੀਂ ਅਮਾਊਂਟ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਕੰਪੋਨੈਂਟ ਹੈ ਜਿਹੜਾ ਸਾਡਾ LEP ਉਹ ਸਿਲੈਕਟ ਕਰਾਂਗੇ, ਅਤੇ ਅੱਗੇ ਜਿਹੜੀ ਹੈਗੀ ਹੈ LEP ਦੀ ਤੁਸੀਂ ਡਿਟੇਲ ਸਿਲੈਕਟ ਕਰ ਸਕਦੇ ਵੀ ਕਿਹੜੀ ਕਲਾਸ ਲਈ ਤੁਸੀਂ ਇਹ ਮਟੀਰੀਅਲ ਖਰੀਦਿਆ ਹੈ। ਉਸ ਤੋਂ ਬਾਅਦ ਰੈਵਨਿਊ, ਉਸ ਤੋਂ ਬਾਅਦ ਉਹੀ ਪਹਿਲਾਂ ਵਾਂਗੂ ਪਰਸੈਂਟੇਜ ਤੁਹਾਨੂੰ ਲਿਖਣ ਦੀ ਲੋੜ ਨਹੀਂ, ਡਾਇਰੈਕਟ ਪਹਿਲਾਂ ਅਮਾਊਂਟ ਲਿਖੋ ਅਤੇ ਬਾਹਰਲੇ ਪਾਸੇ ਤੁਸੀਂ ਖਾਲੀ ਜਗ੍ਹਾ ਦੇ ਵਿੱਚ ਇੱਕ ਵਾਰੀ ਕਲਿੱਕ ਕਰੋ ਤਾਂ ਆਪਣੇ ਆਪ ਇਹ ਪਰਸੈਂਟੇਜ ਹੈ ਜਿਹੜੀ ਤੁਹਾਡੇ ਸਾਹਮਣੇ ਆ ਜਾਏਗੀ। ਤਾਂ ਅਸੀਂ ਐਡ ਕਰ ਦੇਵਾਂਗੇ, ਜਿਸ ਤਰ੍ਹਾਂ 98 ਰੁਪਏ ਭਰੇ ਅਸੀਂ, ਤਾਂ ਉਸ ਤੋਂ ਬਾਅਦ ਅਸੀਂ ਐਡ ਕਰਤੇ ਵੀ ਇਹ LEP ਕੰਪੋਨੈਂਟ ਦੇ ਵਿੱਚੋਂ ਇਹ ਬਿੱਲ ਦੇ ਜਿਹੜੇ 98 ਰੁਪਏ ਨੇ ਉਹ ਅਸੀਂ ਖਰਚ ਕੀਤੇ ਨੇ 551 ਚੋਂ 98 ਰੁਪਏ ਸਾਡੇ LEP ਦੇ ਨੇ। ਤਾਂ ਇਸ ਤਰ੍ਹਾਂ ਨੀਚੇ ਡਿਟੇਲ ਆ ਜੂਗੀ ਸਾਡੇ ਕੋਲ 551 ਰੁਪਏ ਸੀ ਕੁੱਲ, 351 ਅਸੀਂ ਖਰਚ ਕਰ ਚੁੱਕੇ ਹਾਂ, 200 ਰੁਪਈਆ ਸਾਡਾ ਪੈਂਡਿੰਗ ਹੈ। ਤਾਂ ਜਿਹੜਾ 200 ਰੁਪਈਆ ਜਿਹੜੇ ਕੰਪੋਨੈਂਟ ਦਾ ਪੈਂਡਿੰਗ ਹੈ ਉੱਪਰ ਤੁਸੀਂ ਨਰੇਸ਼ਨ ਦੇ ਵਿੱਚ ਲਿਖ ਕੇ ਵੀ ਕਾਹਦੇ ਪਰਪਸ ਲਈ ਇਹ ਖਰਚ ਕੀਤੀ ਹੈ। ਉਸੇ ਤਰ੍ਹਾਂ ਜਿਹੜੇ ਕੰਪੋਨੈਂਟ ਦੇ ਵਿੱਚੋਂ 200 ਰੁਪਈਆ ਖਰਚ ਕੀਤਾ ਤੁਸੀਂ, ਉਹ ਕੰਪੋਨੈਂਟ ਜਿਹੜਾ ਹੈਗਾ ਉਹ ਕੰਪੋਨੈਂਟ ਲਿਸਟ ਦੇ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਅਸੀਂ ਇੱਕ ਹੀ ਸੇਮ PPA ਦੇ ਵਿੱਚ ਮਤਲਬ ਕਿ ਇੱਕ ਤੋਂ ਜ਼ਿਆਦਾ ਕੰਪੋਨੈਂਟ ਵੀ ਐਡ ਕਰ ਸਕਦੇ ਹਾਂ। ਮਤਲਬ ਇਹ ਸਾਨੂੰ ਦੁਕਾਨਦਾਰ ਤੋਂ ਅਲੱਗ-ਅਲੱਗ ਬਿੱਲ ਲੈਣ ਦੀ ਲੋੜ ਨਹੀਂ ਵੀ LEP ਦਾ 200 ਦਾ ਅਲੱਗ ਦੇ ਦਿਓ ਜੀ, ਅਤੇ ਸਾਨੂੰ ਜਿਹੜਾ ਹੈਗਾ SMC ਲਈ 253 ਦਾ ਅਲੱਗ ਦੇ ਦਿਓ ਜੀ ਬਿੱਲ, ਅਤੇ 200 ਰੁਪਏ ਅਸੀਂ ਹੋਰ ਸਟੇਸ਼ਨਰੀ ਖਰੀਦੀ ਹੈ ਉਹਦਾ ਅਲੱਗ ਦੇ ਦਿਓ ਜੀ ਬਿੱਲ। ਤੁਹਾਨੂੰ ਪਰਸੈਂਟੇਜ ਕੱਢਣ ਦੀ ਲੋੜ ਨਹੀਂ, ਅਮਾਊਂਟ ਲਿਖੋ ਅਤੇ ਜਿਹੜਾ ਹੈਗਾ ਬਾਹਰ ਖਾਲੀ ਸਪੇਸ ਦੇ ਵਿੱਚ ਕਲਿੱਕ ਕਰੋ। ਤਾਂ ਇਸ ਤਰ੍ਹਾਂ ਸਾਡੀ ਡਿਟੇਲ ਆ ਜਾਏਗੀ ਜਿਹੜੇ ਕੰਪੋਨੈਂਟ 'ਚ ਪਏ। ਨੀਚੇ ਬੈਲੈਂਸ ਅਮਾਊਂਟ ਅਸੀਂ ਦੇਖਦੇ ਹਾਂ, ਉੱਪਰ ਇੱਕ ਹੀ ਵੈਂਡਰ ਹੈ ਸਾਡਾ ਅਤੇ ਉਹਦੇ 3 ਕੰਪੋਨੈਂਟ ਦੇ ਵਿੱਚ ਉਹਨੂੰ ਪੇਮੈਂਟ ਕੀਤੀ ਹੈ ਸੇਮ PPA ਹੈ। ਤਾਂ ਨੀਚੇ ਡਿਟੇਲ ਆ ਗਈ ਸਾਡੀ ਟੋਟਲ ਅਮਾਊਂਟ ਦੀ 551, ਕੰਪੋਨੈਂਟ ਅਮਾਊਂਟ ਆ ਗਈ 551 ਅਤੇ ਬੈਲੈਂਸ ਅਮਾਊਂਟ ਆ ਗਈ 0। ਇਸ ਤਰ੍ਹਾਂ ਉਹਨਾਂ ਤਿੰਨਾਂ ਨੂੰ ਸਿਲੈਕਟ ਕਰਕੇ ਅਸੀਂ ਸੇਵ ਕਰਕੇ ਸੇਮ ਪਹਿਲਾਂ ਵਾਂਗੂ PPA ਜਨਰੇਟ ਕਰ ਸਕਦੇ ਹਾਂ। ਧੰਨਵਾਦ।